ਚੱਕ ਦੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਵਿੰਦਰ ਸੰਧੂ ਤੇ ਅੱਜ ਅਸੀਂ ਪਹੁੰਚੇ ਹਾਂ ਸਬਜ਼ੀ ਮੰਡੀ ਜਲੰਧਰ। ਸਬਜ਼ੀ ਮੰਡੀ ਦੇ ਵਿੱਚ ਅਸੀਂ ਆ ਕੇ ਦਿਖਾਉਂਦੇ ਹਾਂ ਤੁਹਾਨੂੰ ਕਿ ਜਿਹੜਾ ਕਿਸਾਨਾਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ ਰਾਸ਼ਟਰੀ ਕਿਸਾਨ ਸੰਘ ਮਹਾਸੰਘ ਵੱਲੋਂ, ਉਸ ਦਾ ਕਿੰਨਾ ਅਸਰ ਪਿਆ ਹੈ ਜਲੰਧਰ ਦੀ ਸਬਜ਼ੀ ਮੰਡੀ ਦੇ ਉੱਤੇ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਹਾਂ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਕੈਮਰਾ ਪੈਨ ਕਰਕੇ ਦਿਖਾਣ ਕਿ ਕਿੰਨਾ ਰਸ਼ ਹੁੰਦਾ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਹੁੰਦਾ ਸੀਗਾ। ਉਹ ਸਬਜ਼ੀ ਮੰਡੀ ਦੇ ਵਿੱਚ ਹੁਣ ਖਾਲੀ ਸਾਰੇ ਆੜਤੀਏ ਬੈਠੇ ਹੋਏ ਨੇ ਤੇ ਕਈਆਂ ਦੀ ਸਬਜ਼ੀ ਵੀ ਖਰਾਬ ਹੋ ਚੁੱਕੀ ਨੇ। ਅਸੀਂ ਤੁਹਾਨੂੰ ਕੁਝ ਸਬਜ਼ੀ ਦੇ ਵੀ ਸ਼ਾਟ ਦਿਖਾਉਂਦੇ ਹਾਂ। ਤੇ ਕਿਸਾਨ ਮਹਾਸੰਘ ਵੱਲੋਂ ਜਿਹੜਾ ਇਹ ਸੱਦਾ ਦਿੱਤਾ ਗਿਆ ਸੀਗਾ ਬੰਦ ਦਾ 1 ਜੂਨ ਤੋਂ 10 ਜੂਨ ਤੱਕ ਸਬਜ਼ੀ ਮੰਡੀ ਦੇ ਨਾਲ ਹੀ ਕਿਸਾਨਾਂ ਦੀ ਜਿਹੜੀ ਵੀ ਫਸਲ ਹੈ ਜਾਂ ਫਿਰ ਕਿਸਾਨਾਂ ਵੱਲੋਂ ਜਿਹੜਾ ਵੀ ਮਾਰਕੀਟ ਨੂੰ ਜੋ ਵੀ ਸਮਾਨ ਜਾਂਦਾ ਸੀਗਾ ਉਹ ਸਾਰਾ ਹੀ ਕਿਸਾਨਾਂ ਨੇ ਸ਼ਹਿਰਾਂ ਦੇ ਨਾਲ ਤੋੜ ਕਰ ਲਿਆ ਹੈ ਤੇ ਛੁੱਟੀ ਤੇ ਕਿਸਾਨ ਚਲੇ ਗਏ ਨੇ 1 ਜੂਨ ਤੋਂ 10 ਜੂਨ ਤੱਕ ਦੇ। ਅੱਜ ਦੂਜਾ ਦਿਨ ਹੈ ਤੇ ਦੂਜੇ ਦਿਨ ਕਿੰਨਾ ਕੁ ਅਸਰ ਹੈਗਾ ਹੈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਸਬਜ਼ੀ ਮੰਡੀ ਦੇ ਵਿੱਚ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਕੁਝ ਇੱਧਰ ਸਬਜ਼ੀ ਪਈ ਹੋਈ ਹੈ ਜਿਹੜੀ ਕਿ ਪਹਿਲਾਂ ਦੀ ਪਰਚੇਜ਼ ਕਰਕੇ ਆੜਤੀਆਂ ਵੱਲੋਂ ਰੱਖ ਲਈ ਗਈ ਸੀਗੀ ਇਸ ਨੂੰ ਸੈੱਲ ਕਰਨ ਵਾਸਤੇ, ਬਟ ਜਦ ਹੜਤਾਲ ਹੋ ਗਈ ਤੇ ਉਸ ਦਾ ਕਿੰਨਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਜੋ ਮੇਰੇ ਹੱਥ ਵਿੱਚ ਇਸ ਟਾਈਮ ਆ ਬੈਗਨ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹਦਾ ਕੀ ਹਸ਼ਰ ਹੋ ਗਿਆ ਹੈ, ਸੁੱਕ ਗਿਆ ਹੈ ਤੇ ਇੱਕ ਜਿੰਨਾ ਨੁਕਸਾਨ ਹੈ ਉਹ ਸਾਰਾ ਆੜਤੀਆਂ ਨੂੰ ਝੇਲਣਾ ਪੈ ਸਕਦਾ ਹੈ। ਜ਼ਿਮੀਂਦਾਰਾਂ ਦੇ ਬੈਗਨ ਸੀ ਜਿਹੜੇ ਸੜ ਗਏ ਆ ਉਹ ਸੁੱਟ ਕੇ ਚਲੇ ਗਏ ਆ ਕਿਉਂਕਿ ਰੇਟ ਉਹਨਾਂ ਨੂੰ ਮਿਲਿਆ ਨਹੀਂ। ਕੱਲ੍ਹ ਉਹ ਕਹਿੰਦੇ ਵੇਚਣੇ ਨਹੀਂ। ਅੱਜ ਸਬਜ਼ੀਆਂ ਦੇ ਰੇਟ 5 ਗੁਣਾ ਮਹਿੰਗੇ ਹੋ ਗਏ ਆ ਜਿਹੜੇ ਆਣ ਕਰਕੇ ਹੜਤਾਲ ਕਰਕੇ। ਅੱਗੇ ਜਾ ਕੇ ਪਤਾ ਨਹੀਂ ਮਿਲੇ ਨਾ ਮਿਲੇ ਸਬਜ਼ੀ, ਅੱਗੇ ਜਾ ਕੇ ਆਮ ਬੰਦੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਦੁੱਧ 'ਚ ਸਭ ਕੁਝ। ਬਾਕੀ ਜੋ ਵੀ ਆ ਜਲਦੀ ਇਹਦਾ ਹੱਲ ਹੋਣਾ ਚਾਹੀਦਾ ਮਸਲੇ ਦਾ ਬਸ। ਬਾਕੀ ਓਕੇ। ਜ਼ਿੰਮੇਵਾਰ ਕਿਹਨੂੰ ਸਮਝਦੇ ਹੋ? ਜ਼ਿੰਮੇਵਾਰ ਹੈ ਕਿ ਅੱਗੇ ਕਿਸਾਨ ਵੀ ਆਪਣੀ ਜਗ੍ਹਾ ਠੀਕ ਆ, ਉਹਨੂੰ ਆਪਣਾ ਰੇਟ ਨਹੀਂ ਮਿਲਦਾ ਪਿਆ। ਰੇਟ ਨਹੀਂ ਮਿਲਦਾ ਪਿਆ ਅੱਗੇ ਉਹਨਾਂ ਦਾ ਖਰਚੇ ਨਹੀਂ ਜੋ ਟਰਾਂਸਪੋਰਟੇਸ਼ਨ ਜੋ ਵੀ ਲੱਗਦੀ ਸਭ ਕੁਝ ਉਹਦਾ ਖਰਚੇ ਨਹੀਂ ਮਿਲਦੇ ਪਏ ਉਹਨਾਂ ਦੇ। ਇਸ ਕਰਕੇ ਉਹ ਕਹਿੰਦੇ ਕਿ ਖੁਦਕੁਸ਼ੀ ਕਰਦਾ ਕਿਸਾਨ, ਕਰਜ਼ੇ ਲੈ ਕੇ ਠੇਕੇ ਪੈਲੀਆਂ ਠੇਕੇ 'ਤੇ ਆ ਕਈਆਂ ਦੀਆਂ, ਖਰਚੇ ਵੀ ਨਹੀਂ ਪੂਰੇ ਹੁੰਦੇ ਪਏ। ਇਸ ਕਰਕੇ ਉਹ ਅੱਗੇ ਐਕਸਪੋਰਟ ਹੁੰਦਾ ਸੀ ਬਾਹਰ ਨੂੰ ਸਮਾਨ, ਐਤਕੀ ਉਹ ਵੀ ਨਹੀਂ ਹੋਇਆ। ਉਹ ਇਸ ਕਰਕੇ ਉਹ ਕਹਿੰਦੇ ਹੜਤਾਲ ਕਰਨੀ ਕਿਸਾਨ ਜੀ। ਉਹ ਹੁਣ ਉਹਨਾਂ ਦੇ ਨਾਲ ਹੀ ਆ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ? ਕੱਲ ਬੰਦ ਸੀਗਾ ਅੱਜ ਵੀ ਬੰਦ ਹੈ, ਹੁਣ ਤੱਕ ਕਿੰਨਾ ਨੁਕਸਾਨ ਤੇ ਭਾਜੀ ਸਾਰਿਆਂ ਦਾ ਹੀ ਹੈ, ਥੋੜਾ ਹੋਵੇ ਜ਼ਿਆਦਾ ਹੋਵੇ ਸਾਰਾ ਨੁਕਸਾਨ ਹੀ ਹੈਗਾ। ਹੁਣ ਆ ਗਏ ਉਹ ਕਿਸਾਨ, ਉਹ ਖਿਲਾਰਦੇ ਪਏ ਸਮਾਨ, ਦੇਖੋ ਪਿੱਛੇ ਉਹਨਾਂ ਦੀ ਯੂਨੀਅਨ ਆ ਗਈ, ਉਹ ਦੇਖ ਲਓ ਉਹ ਸਾਰੇ ਸਮਾਨ ਖਿਲਾਰਦੀ ਪਈ ਹੈ। ਬਾਕੀ ਹੋਰ 2-3 ਦਿਨਾਂ ਤੱਕ ਮਸਲੇ ਦਾ ਹੱਲ ਹੋਣ ਦੀ ਉਮੀਦ ਤੇ ਹੁਣ ਪੂਰੀ ਹੈ ਜੀ। ਕਿਸਾਨ ਮਹਾਸੰਘ ਦੇ ਬੈਨਰ ਹੇਠ ਸਾਰੇ ਹੀ ਕਿਸਾਨ ਜਿਹੜੇ ਨੇ ਉਹਨਾਂ ਨੇ ਇਕਜੁੱਟ ਹੋ ਕੇ ਇਹ ਜਿਹੜੇ ਹੜਤਾਲ ਹੈ ਉਹ ਲਿਖੀ ਹੈ ਕਿ ਦੇਸ਼ ਵਿਆਪੀ ਹੜਤਾਲ ਹੈ ਜਿਸ ਦੇ ਵਿੱਚ ਕੋਈ ਵੀ ਕਿਸਾਨ ਜਿਹੜਾ ਹੈ ਉਹ ਆਪਣਾ ਸਮਾਨ ਮੰਡੀਆਂ ਵਿੱਚ ਲੈ ਕੇ ਨਹੀਂ ਜਾਵੇਗਾ। ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡੇ ਪਿੱਛੇ ਇੰਨਾ ਇਕੱਠ ਹੋਇਆ ਪਿਆ ਹੈ, ਉਹ ਜਿਹੜੀ ਵੀ ਸਬਜ਼ੀ ਮੰਡੀ ਦੇ ਵਿੱਚ ਟਰੱਕ ਜਾਂ ਫਿਰ ਜਿਹੜੀਆਂ ਵੀ ਗੱਡੀਆਂ ਐਂਟਰੀ ਕੀਤੀਆਂ ਸੀਗੀਆਂ ਬਾਹਰੋਂ ਸਮਾਨ ਲੈ ਕੇ ਆਈਆਂ ਸੀਗੀਆਂ ਵੇਚਣ ਵਾਸਤੇ, ਜਿਹੜੀ ਸਬਜ਼ੀ ਜਾਂ ਫਿਰ ਕਿਸੇ ਫਰੂਟਸ ਵਗੈਰਾ ਦੇ, ਉਹਨਾਂ ਗੱਡੀਆਂ ਦੀ ਇਹਨਾਂ ਵੱਲੋਂ ਹਵਾ ਕੱਢ ਦਿੱਤੀ ਗਈ ਆ। ਜੇ ਉਹ ਨਾ ਆਉਂਦੇ ਮੈਨੂੰ ਨਾ ਪਰਚੀ ਕੱਢਦੇ ਮੈਂ ਅੰਦਰ ਨਹੀਂ ਸੀ ਵਾੜਦਾ ਗੱਡੀ। ਪਹਿਲਾਂ ਗਲਤੀ ਤਾਂ ਉਹਨਾਂ ਨੇ ਕੀਤੀ ਆ, ਉਦੋਂ ਗਲਤੀ ਸਾਡੇ ਆੜਤੀਏ ਨੇ ਕੀਤੀ ਆ ਵੀ 4 ਵਜੇ ਨੂੰ ਗੱਡੀ ਇੱਥੇ ਆਉਣੀ ਚਾਹੀਦੀ ਆ। ਤੁਹਾਡੀ ਗੱਡੀ ਖਾਲੀ ਕਰਾਵਾਂਗੇ, ਸਾਡੀ ਸੇਫਟੀ ਆ, ਇੱਥੋਂ ਖਾਲੀ ਹੋ ਕੇ ਜਾਊਗੀ। ਮੇਰੀਆਂ ਰਾਤ ਜਦੋਂ ਗੱਡੀ ਆਈ ਆ ਆਉਣ ਸਾਰ ਇਹਦੀਆਂ ਨਲਕੀਆਂ 4 ਸਵੇਰੇ 4 ਟਾਇਰਾਂ ਦੀਆਂ ਮੇਰੀਆਂ ਨਲਕੀਆਂ ਪੱਟ ਗਈਆਂ ਜੀ। ਠੀਕ ਆ, ਅਸੀਂ ਗਰੀਬ ਬੰਦੇ ਆ, ਕਿਸ਼ਤਾਂ ਭਰਦੇ ਆ, ਠੀਕ ਆ, ਕਮਾਈ ਹੜਤਾਲ ਸੀ, ਤੁਹਾਨੂੰ ਨਹੀਂ ਪਤਾ ਕਿ ਸਬਜ਼ੀ ਮੰਡੀ ਗੱਡੀ ਨਹੀਂ ਸਾਨੂੰ ਨਹੀਂ ਪਤਾ ਸੀ। ਅਸੀਂ ਅਨਪੜ੍ਹ ਬੰਦਾ, ਮੈਂ ਗੂਠਾ ਛਾਪ ਬੰਦਾ ਜੀ ਜਮਾ। ਮਾਲਕ ਮੈਂ ਖੁਦ ਹੀ ਆ। ਹਾਂਜੀ। ਜਦੋਂ ਪਰਚੀ ਕੱਟੀ ਗਈ ਤੁਹਾਨੂੰ ਪੁੱਛਿਆ ਗਿਆ, ਕੁਝ ਦੱਸਿਆ ਗਿਆ? ਨਾ ਮੈਨੂੰ ਕੁਝ ਨਹੀਂ ਦੱਸਿਆ ਗਿਆ ਜੀ। ਜੇ ਮੈਨੂੰ ਉਹ ਦੱਸ ਦਿੰਦਾ ਵੀ ਇੱਥੇ ਮਨਾ ਵੀ ਭਾਈ ਤੁਸੀਂ ਗੱਡੀ ਬਾਹਰ ਲਾ ਲਓ ਜਾਂ ਭਾਈ ਵਾਪਸ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, ਮੈਂ ਲੈ ਜਾਂਦਾ। ਮੈਂ ਆੜਤੀਏ ਨੂੰ 2-3 ਵਾਰ ਫੋਨ ਤੇ ਗੱਲ ਹੋਈ ਵੀ ਭਾਈ ਗੱਲ ਨੂੰ ਗੱਡੀ ਖਾਲੀ ਕਰੇਗਾ ਜਾਂ ਨਹੀਂ ਕਰੇਗਾ। ਕਹਿੰਦਾ ਤੇਰੀ 4 ਵਜੇ ਗੱਡੀ ਇੱਥੇ ਆਉਣੀ ਚਾਹੀਦੀ ਹੈ, ਤੇਰੀ ਗੱਡੀ ਹਰ ਹਾਲਤ ਖਾਲੀ ਹੋਊਗੀ। ਮੈਂ ਗੱਡੀ ਇੱਥੇ ਲੈ ਕੇ ਆਇਆ, ਜਦੋਂ ਮੈਂ ਲਿਆ ਕੇ ਇੱਥੇ ਲਾਤੀ ਉਹ ਆਂਦਾ 103 ਨੰਬਰ ਦੁਕਾਨ ਤੇ ਗੱਡੀ ਲਾ ਦੀ ਲਿਆ ਕੇ। ਮੈਂ ਠੀਕ ਆ, ਕੰਡਾ ਕੰਪਿਊਟਰ ਕਰਾ ਕੇ ਲਿਆਉਣਾ, ਮੈਂ ਕੰਪਿਊਟਰ ਕੰਡਾ ਵੀ ਕਰਾ ਲਿਆ। ਨਹੀਂ ਤੁਹਾਨੂੰ ਨਹੀਂ ਲੱਗਦਾ ਸੀ ਕਿ ਮੰਡੀ ਦੇ ਵਿੱਚ ਇੰਨੀ ਭੀੜ ਹੁੰਦੀ ਸੀ, ਮੰਡੀ ਖਾਲੀ ਕਿਉਂ? ਕਿਸੇ ਨੂੰ ਪੁੱਛਿਆ? ਮੈਨੂੰ ਸੀ ਪ੍ਰੋਬਲਮ ਵੀ ਕੀ ਗੱਲ ਖਾਲੀ ਕਿਉਂ ਆ। ਮੈਂ ਲੈ ਕੇ ਆਇਆ ਗੱਡੀ, ਜਦੋਂ ਉਹਨਾਂ ਨੂੰ ਮੈਂ ਪੁੱਛਿਆ ਮੰਡੀ ਵਾਲਿਆਂ ਨੂੰ, ਮੈਂ ਕਿਹਾ ਜੀ ਕੀ ਗੱਲ ਆ, ਜਿਨ੍ਹਾਂ ਨੇ ਪਰਚੀ ਕੱਟੀ ਮੇਰੀ,
ਮੈਂ ਕਿਹਾ ਕੀ ਗੱਲ ਅੱਜ ਐਂ ਕਿਉਂ ਆ ਵੀ ਇੰਨੀ ਭੀੜ ਅੱਗੇ ਹੁੰਦੀ ਸੀ ਵੀ ਖਾਲੀ ਕਿਉਂ ਆ। ਕਹਿੰਦੇ ਇਹ ਤਾਂ ਵੈਸੇ ਹੀ ਆ, ਕਦੇ ਹੋ ਜਾਂਦਾ ਕਦੇ ਨਹੀਂ ਹੋ ਜਾਂਦਾ। ਮੇਰੀ ਉਹਨਾਂ ਨੇ ਪਰਚੀ ਕੱਟੀ ਆ, ਬਕਾਇਦਾ ਪਰਚੀ ਮੇਰੇ ਕੋਲੇ ਆ, ਆਹ ਦੇਖ ਸਕਦੇ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਆ ਇਹ ਗੱਲ, ਆਹ ਦੇਖ ਲਓ, ਆਹ ਟਾਈਮ ਦੇਖ ਲਓ ਪਰਚੀ ਦਾ। ਤੇ ਹੁਣ ਤੁਹਾਨੂੰ ਪ੍ਰੋਬਲਮ ਕੀ ਆ ਰਹੀ? ਪ੍ਰੋਬਲਮ ਮੇਰੇ ਤਾਂ ਟਾਇਰਾਂ ਦੀ ਹਵਾ ਕੱਢਤੀ ਸਾਰਿਆਂ ਦੀ। ਮੇਰੇ ਭਾਵੇਂ 4 ਦਿਨ ਗੱਡੀ ਖੜੀ ਰਹਿੰਦੀ, ਮੈਂ ਵੀ ਜ਼ਿਮੀਂਦਾਰ ਆ ਖੁਦ, ਭਾਵੇਂ 5 ਦਿਨ ਖੜੀ ਰਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਕਿਸਾਨ ਨੂੰ ਵੀ ਤੇ ਨਿਊਨਤਮ ਸਮਰਥਨ ਮੁੱਲ ਨਹੀਂ ਮਿਲ ਰਿਹਾ, ਤਾਂ ਹੀ ਉਹ ਪਰੇਸ਼ਾਨ ਨੇ, ਤਾਂ ਹੀ ਕਰਕੇ ਉਹ ਇਸ ਤਰ੍ਹਾਂ ਕਰਦੇ ਨੇ। ਜ਼ਿੰਮੇਵਾਰ ਕਿਹਨੂੰ ਸਮਝ? ਜੀ ਮੈਂ ਜਦੋਂ ਗੱਡੀ ਦੇ ਵਿੱਚ ਪਿਆ ਸੀ ਆ ਕੇ, ਮੈਨੂੰ ਕਿਸੇ ਨੇ ਵੀ ਆ ਕੇ ਐਂ ਨਹੀਂ ਪੁੱਛਿਆ ਵੀ ਤੂੰ ਗੱਡੀ ਅੰਦਰ ਲੈ ਕੇ ਆ ਯਾਰ, ਤੈਨੂੰ ਕਿਹਨੇ ਆਖਿਆ। ਮੈਨੂੰ ਜੇ ਕੇਰਾਂ ਵੀ ਕਹਿਣ ਦੇ ਉੱਠ ਕੇ ਵੀ ਉੱਠ ਯਾਰ ਤੇ ਗੱਡੀ ਬਾਹਰ ਕੱਢ, ਜੇ ਮੈਂ ਨਾ ਕੱਢਦਾ ਭਾਵੇਂ ਅੱਗ ਲਾ ਦਿੰਦੇ ਗੱਡੀ ਨੂੰ, ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਮੈਨੂੰ ਦੁੱਖ ਇਹੀ ਗੱਲ ਦਾ ਵੀ ਜਿਹੜਾ ਮੈਥੋਂ ਬਿਨਾਂ ਪੁੱਛੇ ਤੋਂ ਸਾਰਾ ਕੁਝ ਕਰਤਾ। ਚਲੋ ਕੋਈ ਨਹੀਂ, ਉਹ ਵੀ ਮੈਨੂੰ ਕੋਈ ਨਹੀਂ, ਉਹ ਵੀ ਭਰਾ ਮੇਰੇ ਮੰਨ ਲਾ ਵੀ ਜ਼ਿਮੀਂਦਾਰ ਆ, ਵੀ ਆਪਾਂ ਨੂੰ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ, ਡੀਜ਼ਲਾਂ ਦਾ ਭਾਅ ਵਧੀ ਜਾਂਦਾ, ਟੋਲ ਟੈਕਸ ਲੱਗੀ ਜਾਂਦਾ, ਸਾਰਾ ਕੁਝ ਹੋਈ ਜਾਂਦਾ। ਉਹਦੀ ਪ੍ਰੋਬਲਮ ਕਰਕੇ ਮੈਨੂੰ ਕੋਈ ਦੁੱਖ ਨਹੀਂ ਇਸ ਚੀਜ਼ ਦਾ, ਪਰ ਆਪਾਂ ਇਸ ਦੀ ਦੁੱਖ ਮਹਿਸੂਸ ਨਹੀਂ ਕਰਦੇ। ਆਪਾਂ ਜ਼ਿਮੀਂਦਾਰਾਂ ਦੇ ਭਰਾਵਾਂ ਦੇ ਨਾਲ ਖੜਿਆ ਸਾਰਿਆਂ ਦੀ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆੜਤੀਏ ਨੇ ਉਹ ਕਿਸਾਨ ਯੂਨੀਅਨ ਦੇ ਨਾਲ ਟੱਕਰਾ ਲੈ ਰਹੇ ਨੇ ਤੇ ਦੋਵਾਂ ਦਾ ਟਕਰਾਅ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਰਮ ਗੱਡੀਆਂ ਆਣ ਕੇ ਤੋੜਦੇ ਨੇ, ਨਾਲ ਆੜਤੀਆਂ ਨੇ ਚਪੇੜਾ ਮਾਰਦੇ ਨੇ, ਬਦਮਾਸ਼ੀਆਂ ਕਰਦੇ ਨੇ। ਇਹ ਜ਼ਿਮੀਂਦਾਰ ਬਦਮਾਸ਼ ਨੇ, ਕਾਹਦੇ ਵਾਸਤੇ ਬਦਮਾਸ਼ੀ ਕਰਦੇ ਨੇ ਜ਼ਿਮੀਂਦਾਰ। ਔਰ ਇਹਦੇ ਲੋਕਲ ਗੱਡੀ ਕੋਈ ਨਹੀਂ ਹੈਗੀ, ਜਿੰਨੀਆਂ ਗੱਡੀਆਂ ਬਾਹਰਲੇ ਨੰਬਰ ਦੀਆਂ ਗੱਡੀਆਂ ਨੇ। ਇਹ ਦੇਖਿਆ ਜਾਏ ਕੌਣ ਹੈ ਬੰਦੇ ਜਿਹੜੇ ਇੱਥੇ ਆ ਕੇ ਗੁੰਡਾਗਰਦੀ ਕਰ ਰਹੇ। ਗੁੰਡਾਗਰਦੀ ਹੋ ਰਹੀ ਹੈ ਇੱਥੇ ਪੂਰੀ। ਅਗਰ ਜ਼ਿਮੀਂਦਾਰ ਹੈਗੇ ਤਾਂ ਜ਼ਿਮੀਂਦਾਰ ਰੋਕਣ, ਜ਼ਿਮੀਂਦਾਰ ਸਾਡੇ ਕੋਲ ਮਾਲ ਲੈ ਕੇ ਆ ਜਾਂਦੇ ਨੇ। ਰੋਕਣ ਮੰਡੀ ਜਨਾ ਰੋਕਣ, ਮੰਡੀ ਕੋਈ ਨਹੀਂਗਾ, ਜੋ ਰੋਕਣਾ ਬਾਹਰ ਮੰਡੀ ਦੇ ਬਾਹਰ ਜਿਹਨੂੰ ਮਰਜ਼ੀ ਚਪੇੜ। ਪਰ ਜਦੋਂ ਹੜਤਾਲ ਪਤਾ ਸੀਗਾ ਹੜਤਾਲ ਹੈਗੀ, ਫਿਰ ਕਿਉਂ ਕਰਨ ਨੂੰ ਲੈ ਕੇ ਆਏ? ਹੜਤਾਲ ਸਾਡੀ ਕੋਈ ਹੜਤਾਲ ਨਹੀਂ, ਹੜਤਾਲ ਜਿੰਨੀ ਹੜਤਾਲ ਨਹੀਂ ਹੈਗੀ, ਕਿਸਾਨਾਂ ਦੀ ਹੜਤਾਲ ਹੈ। ਕਿਸਾਨਾਂ ਦੀ ਹੜਤਾਲ ਹੈ, ਸਾਡੀ ਕੋਈ ਸਿਕਿਉਰਿਟੀ ਨਹੀਂ ਹੈਗੀ। ਅਸੀਂ ਇੱਥੇ ਬੈਠੇ ਆ, ਸਵੇਰੇ ਆ ਕੇ ਸਾਨੂੰ ਇਹਦੇ ਪੱਲੇ ਦਾ ਮਾਰ ਕੇ ਚੱਲ ਜਵੇ। ਕੋਈ ਦੁਨੀਆ ਨੂੰ ਪੁੱਟਿਆ ਇੱਥੇ ਮੰਡੀ 'ਚ ਜਾ ਕੇ ਮੰਡੀ ਦੇ ਬਾਹਰ ਰੋਕਣ। ਇਸ ਮੰਡੀ ਦਾ ਕੰਮ ਕੀ ਹੈ? ਬਾਹਰ ਰੋਕਣ, ਜਿੱਥੇ ਮਰਜ਼ੀ ਰੋਕਣ। ਇਹ ਮੰਡੀ ਦਾ ਨੁਕਸਾਨ ਹੋਏਗਾ, ਕੌਣ ਜ਼ਿੰਮੇਵਾਰ ਹੈ? ਸਾਡੀ ਗਵਰਨਮੈਂਟ ਕੋਈ ਜ਼ਿੰਮੇਵਾਰ ਨਹੀਂ ਮੰਡੀ ਦੀ। ਜਦਕਿ ਕਿਸਾਨ ਜਿਹੜੇ ਨੇ ਉਹਨਾਂ ਨੇ ਕਿਸਾਨਾਂ ਵੱਲੋਂ ਸਿਰਫ ਟਰੱਕਾਂ ਦੀਆਂ ਹਵਾ ਕੱਢੀਆਂ ਗਈਆਂ ਤੇ ਡਰਾਈਵਰ ਨੇ ਇੱਕ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਕੁੱਟਮਾਰ ਵੀ ਉਹਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ। ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਇਹ ਕਹਿਣਾ, ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ, ਸਿਰਫ ਉਹਨਾਂ ਵੱਲੋਂ ਟਰੱਕਾਂ ਦੀ ਹਵਾ ਕੱਢੀ ਗਈ ਆ। ਜਦੋਂ ਉਹਨਾਂ ਨੂੰ ਪਤਾ ਸੀਗਾ ਡਰਾਈਵਰ ਨੂੰ ਕਿ ਹੜਤਾਲ ਹੈ, ਫਿਰ ਉਹ ਟਰੱਕ ਲੈ ਕੇ ਮੰਡੀ ਦੇ ਵਿੱਚ ਕਿਉਂ ਆਏ? ਇੱਥੇ ਕੁਐਸਚਨ ਇਹ ਵੀ ਉੱਠਦਾ ਹੈ ਕਿ ਜਿਹੜੇ ਪਰਚੀ ਕੱਟਦੇ ਨੇ, ਜਦੋਂ ਮੰਡੀ ਦੇ ਵਿੱਚ ਐਂਟਰੀ ਹੁੰਦੀ ਹੈ ਗੱਡੀਆਂ ਦੀ ਪਰਚੀ ਕੱਟੀ ਜਾਂਦੀ ਹੈ, ਤੇ ਉਹ ਪਰਚੀ ਕਿਉਂ ਕੱਟੀ ਗਈ? ਕਿਉਂਕਿ ਡਰਾਈਵਰ ਵੱਲੋਂ ਸਾਨੂੰ ਪਰਚੀ ਵੀ ਦਿਖਾਈ ਗਈ ਕਿ ਇਹ ਪਰਚੀ, ਇਹ ਰਸੀਦ ਕੱਟ ਕੇ ਫਿਰ ਗੱਡੀ ਅੰਦਰ ਐਂਟਰੀ ਕੀਤੀ ਹੈ। ਤੇ ਇੱਥੇ ਖੜੀਆਂ ਜਿੰਨੀਆਂ ਵੀ ਗੱਡੀਆਂ ਨੇ ਸਾਰਿਆਂ ਦੀਆਂ ਹਵਾ ਕੱਢ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਹੀ ਅਗਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆੜਤੀਆਂ ਵੱਲੋਂ, ਤੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਕਾਰਾਂ ਨੇ ਜਿਨ੍ਹਾਂ ਦੇ ਕੁਝ ਦੂਜੀਆਂ ਗੱਡੀਆਂ ਸੀਗੀਆਂ ਜਿਹੜੀਆਂ ਕਿ ਆੜਤੀਆਂ ਦੀਆਂ ਸੀਗੀਆਂ, ਉਹਨਾਂ ਦੀ ਵੀ ਹਵਾ ਕੱਢੀ ਗਈ ਤੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਇੱਥੇ ਪਹੁੰਚੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ। ਸਾਨੂੰ ਦੱਸਣਾ ਇਹ ਗੱਲ ਮੂੰਹ ਤੋਂ ਬਾਹਰ ਕੇ ਕੋਈ ਜਾ ਕੇ ਕਾਟਵਾ ਦੇ ਤੇ ਲਾਉਣੇ ਸੀ ਜਾਂ ਪੂਰੇ ਹਵਾ ਕਰੀ ਜਾ ਮੇਰਾ ਡਾਲਾ ਬੰਦ ਸੀ, ਮਗਰਾ ਰਾਜ ਨਾ, ਮੈਂ ਡਰਦਾ ਵਾਲਾ ਬੰਦਾ ਨਹੀਂ, ਮੈਂ ਵੀ ਕਿਸੇ ਨੂੰ ਮਾੜਾ ਮੋਟਾ ਹੈਗਾ, ਮੈਂ ਉਹ ਤੇਰੇ ਰਹਿਣ ਲੱਗ ਜਾਊਗਾ ਤਾਂ ਤੇਰੀ ਕਹਿਣ ਨਾਲ ਚੁੱਪ ਕਰ ਜਾਣਾ, ਖੜਾ ਰਹਿ 2 ਮਿੰਟ। ਸਾਨੂੰ ਹੁਣ ਪਤਾ ਲੱਗਾ ਸੀਗਾ ਇਹ ਗੱਲਬਾਤ ਦਾ, ਅਸੀਂ ਮੌਕੇ ਤੇ ਆਏ ਹਾਂ, ਮੌਕੇ ਤੇ ਦੇਖ ਰਹੇ ਹਾਂ, ਜੋ ਵੀ ਹੈਗਾ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਕਿੰਨੀਆਂ ਗੱਡੀਆਂ ਟੁੱਟੀਆਂ ਨੇ? ਗੱਡੀਆਂ ਦਾ ਹਾਲੇ ਸਾਨੂੰ ਕੋਈ ਜਾਇਜ਼ਾ ਨਹੀਂ, ਅਸੀਂ ਦੇਖਣੀਆਂ ਹਾਲੇ। ਕੋਈ ਨਾਮ ਕਿਸੇ ਨੇ ਬੰਦੇ ਦਾ ਪਤਾ ਕੋਈ ਕਿਸੇ ਦਾ ਹਾਲੇ ਕਿਸੇ ਦਾ ਬਾਈ ਨੇਮ ਕੁਝ ਨਹੀਂ ਪਤਾ ਲੱਗਾ ਹਾਲੇ। ਭਾਜੀ ਕੀ ਮੈਟਰ ਹੋਇਆ? ਮੈਟਰ ਜੀ ਤੁਹਾਨੂੰ ਸਾਰਿਆਂ ਨੂੰ ਇਸ ਮੀਡੀਆ ਨੇ, ਸੋਸ਼ਲ ਮੀਡੀਆ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ, ਅਖਬਾਰਾਂ ਤਾਈਂ, ਟੀਵੀਆਂ ਤਾਈਂ ਸਾਰੇ ਹੋਇਆ। 1 ਤਰੀਕ ਤੋਂ ਲੈ ਕੇ 10 ਜੂਨ ਤਾਈਂ ਜਿਹੜਾ ਮੋਦੀ ਸਰਕਾਰ ਦੇ ਖਿਲਾਫ, ਪੰਜਾਬ ਸਰਕਾਰ ਦੇ ਖਿਲਾਫ, ਜਿਨ੍ਹਾਂ ਨੇ ਅੱਜ ਤੱਕ ਕਿਸਾਨਾਂ ਨੂੰ ਲਾਰੇ ਲਾਏ ਆ, ਕਰਜ਼ਾ ਮਾਫੀ ਦਾ ਲਾਇਆ, ਫਿਰ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ, ਇਹਨਾਂ ਕਰਕੇ ਸਾਰੇ ਕਿਸਾਨਾਂ ਨੇ ਸੰਘਰਸ਼ ਕੀਤਾ ਵੀ ਕਿਸਾਨ ਜਥੇਬੰਦੀਆਂ ਆ
ਜਿੰਨੀਆਂ ਵੀ ਪੰਜਾਬ ਦੀਆਂ ਆਲ ਇੰਡੀਆ ਦੀਆਂ ਸਾਰਿਆਂ ਨੇ ਇਹ 1 ਜੂਨ ਤੋਂ ਲੈ ਕੇ 10 ਜੂਨ ਤੱਕ ਬੰਦ ਕੀਤਾ। ਜਿਹੜੇ ਬੰਦੇ ਉਹਦੇ ਖਿਲਾਫ ਗਲਤ ਕੰਡੇ ਆ ਜਾਂ ਟਰੱਕਾਂ ਵਾਲੇ ਆ ਲਾਹੌਣ ਡਏ ਆੜਤੀ ਲਾਹੌਣ ਡਏ ਉਹਨਾਂ ਨਾਲ ਕੀਤੀ ਜਾਂਦੀ, ਹੋਰ ਕਿਸੇ ਨਾਲ ਕੋਈ ਸ਼ਰਾਰਤ ਨਹੀਂ ਕੀਤੀ ਜਾਂਦੀ, ਕਿਸੇ ਨਾਲ ਗਲਤ ਨਹੀਂ ਕੀਤਾ। ਜਿਹੜਾ ਬੰਦੇ ਨੇ ਬੰਦ ਕੀਤਾ ਉਹ ਜਾਣ ਕੇ ਕਾਂਡੇ ਉਹਨੇ ਟਰੱਕਾਂ ਦੇ ਟਾਇਰਾਂ ਦੀ ਹਵਾ ਕੱਢੀ ਹੈ, ਬੰਦੇ ਨੇ ਦੁਖੀ ਹੋ ਕੇ ਵੀ ਇਹ ਕਹਿਣਾ ਨਹੀਂ ਮੰਨ ਰਹੇ। ਤੇ ਜਿਹੜਾ ਪਰਚੀ ਕੱਟਦੇ ਨੇ ਅੰਦਰ ਮੰਡੀ ਦੇ ਵਿੱਚ ਆਉਣ ਵਾਸਤੇ ਉਹਨਾਂ ਨੂੰ ਤੁਸੀਂ ਅਲਰਟ ਕੀਤਾ? ਕੋਈ ਗੱਲ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਜੀ ਇਸ ਗੱਲ ਬਾਰੇ। ਉਹਨਾਂ ਨੂੰ ਹੁਣ ਉਹਨਾਂ ਨਾਲ ਕਾਰਵਾਈ ਉਹਨਾਂ ਦੀ ਕਰਾਂਗੇ। ਹੁਣ ਜੋ ਮੁੜ ਕੇ ਰਾਤ ਨੂੰ ਲਾਵਾਂਗੇ ਨਾਕਾ, ਕਦੋਂ ਪਰਚੀਆਂ ਅੰਦਰੋਂ ਗੱਡੀਆਂ ਨਹੀਂ ਵੰਡ ਦੇਵਾਂਗੇ ਰਾਤ ਨੂੰ। ਟਰੱਕ ਕਿਉਂ ਆਉਂਦੇ? ਇਹ ਜੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਨਾ, ਇਹ ਤਾਂ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦੇ। ਕੀ ਕਿਹੜਾ ਸੰਘਰਸ਼ ਉਲੀਕਿਆ ਗਿਆ? ਇਹ ਸਾਰਾ ਸਬਜ਼ੀਆਂ ਦਾ ਫਲਾਂ ਦਾ ਬੰਦ ਕਰਨਾ ਜੋ ਕਿਸਾਨ ਤੋਂ ਆ ਰਿਹਾ ਹੈ। ਇਸ ਕਰਕੇ ਵੀ ਸਾਨੂੰ ਨਾ ਡੀਜ਼ਲ ਦੇ ਰੇਟ ਇੰਨੇ ਵਧਾਈ ਜਾਂਦੇ, ਸਾਡੇ ਸਬਜ਼ੀ 50 ਪੈਸੇ ਕਿਲੋ ਵਿਕਣ ਦੇ ਆ, ਮੋਰੇ 20 ਰੁਪਏ ਵੇਚੀ ਜਾਂਦੇ ਆ ਲਿਜਾ ਕੇ। ਕੇਲੇ ਇਹਨੇ ਨੂੰ ਵੇਚੀ ਜਾਂਦੇ ਆ ਲਿਜਾ ਕੇ। ਟਮਾਟਰ 1 ਰੁਪਈਆ ਨਹੀਂ ਵਿਕਣ ਦੇ ਆ, ਮੋਰੇ 30 ਰੁਪਏ ਵੇਚੀ ਜਾਂਦੇ ਆ। ਦੱਸੋ ਅਸੀਂ ਜ਼ਿਮੀਂਦਾਰ ਕਿੱਥੇ ਜਾਵੇ? ਅਸੀਂ 30 ਰੁਪਏ ਕਰੇਟ ਦੀ ਤੜਾਈ ਦਿੰਦੇ ਆ, ਸਾਨੂੰ ਉਹ 35 ਰੁਪਏ ਦਾ ਵਿਕਦਾ ਇੱਥੇ ਆ ਕੇ। ਤੇ ਅਸੀਂ ਕਿੱਥੋਂ ਲਿਜਾਈਏ, ਕਿੱਥੋਂ ਤੇਲ ਪਾਈਏ, ਕਿੱਥੋਂ ਲਿਆਈਏ, ਕਿੱਥੋਂ ਆਪਣੇ ਨਿਆਣੇ ਨੂੰ ਰੋਟੀ ਖਿਲਾਈਏ? ਆਪਣੇ ਇੱਥੇ ਫੜੀਆਂ ਵਾਲਿਆਂ ਨੂੰ, ਵਪਾਰੀ ਵੀਰਾਂ ਨੂੰ ਜੋ ਸਾਡੇ ਨਾਲ ਹੀ ਜੁਆਇੰਟ ਆ, ਕਿਸਾਨਾਂ ਦੇ ਤੇ ਵਪਾਰੀਆਂ ਦਾ ਬੜਾ ਨਿੱਘਾ ਰਿਸ਼ਤਾ ਆ। ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਗਏ ਸੀ, ਉਹਦੇ ਤੇ ਸਾਨੂੰ ਸਾਰੀ ਆੜਤੀਆਂ ਯੂਨੀਅਨ ਵੱਲੋਂ ਸਮਰਥਨ ਵੀ ਮਿਲਿਆ, ਉਹਨੇ ਪੇਪਰ 'ਚ ਵੀ ਦਿੱਤਾ। ਪਰ ਵੀ ਕੁਝ ਥੋੜੇ ਬਹੁਤ ਨਾ ਮਾਤਰ ਬੰਦਿਆਂ ਨੇ ਇਹ ਜਾਣ ਬੁੱਝ ਕੇ ਅੱਜ ਬੜੀਆਂ ਲਾ ਕੇ ਇਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਸਾਡੀ ਕਮੇਟੀ ਵੱਲੋਂ ਰੋਕੇ ਗਿਆ ਆ। ਬਾਕੀ ਅਸੀਂ ਆੜਤੀਆਂ ਦੇ ਕੋਈ ਦੁਖੀ ਨਹੀਂ, ਸਾਡੇ ਨਾਲ ਉਹ ਸਹਿਮਤ ਆ, ਉਹਨੇ ਵੀ ਸਾਨੂੰ ਸਮਰਥਨ ਦਿੱਤਾ ਆ। ਅੱਜ ਕਿਸਾਨ ਬਹੁਤ ਪਰੇਸ਼ਾਨ ਆ ਕਿਉਂਕਿ ਨਾ ਤਾਂ ਉਹਦੀਆਂ ਫਸਲਾਂ ਦੇ ਭਾਅ ਮਿਲ ਰਹੇ ਆ ਤੇ ਨਾ ਹੀ ਉਹਦਾ ਦੁੱਧ ਆ ਬੇਰਕਾ ਨੂੰ ਦੇ ਰਿਹਾ। ਉਹ 1.5 ਮਹੀਨੇ ਦੀ ਪੇਮੈਂਟ ਨਹੀਂ ਆ ਰਹੀ। ਕਿਸਾਨ ਦਾ ਦੁੱਧ ਵੀ 25 ਰੁਪਏ ਜਾ ਰਿਹਾ, ਮੁਰੇ 50 ਰੁਪਏ। ਸਬਜ਼ੀਆਂ ਦੇ ਰੇਟ ਨਹੀਂ ਮਿਲ ਰਹੇ, ਗੰਨੇ ਦੇ ਪੈਸੇ ਨਹੀਂ ਮਿਲ ਰਹੇ, ਬਿਜਲੀ ਨਹੀਂ ਮਿਲ ਰਹੀ। ਡੀਜ਼ਲ ਅੱਜ ਤੁਸੀਂ ਦੇਖੋ ਕਿੱਥੇ 70 ਰੁਪਏ ਹੋ ਗਿਆ। ਕਿਸਾਨ ਦੇ ਹਾਲਾਤ ਬਹੁਤ ਮਾੜੇ ਆ। ਅੱਜ ਪੇਮੈਂਟ ਨਹੀਂ ਕਰਨ ਦਿਆ, ਬੇਰਕਾ ਪੇਮੈਂਟ ਨਹੀਂ ਕਰਨ ਦਿਆ। ਮੈਂ ਸੁਸਾਇਟੀ ਦਾ ਪ੍ਰਧਾਨ ਆ। ਕਿਸਾਨ ਆ ਕੇ ਸਾਡੇ ਗਲ ਪੈਂਦੇ ਆ, ਸਾਨੂੰ ਪੇਮੈਂਟ ਦਿਵਾਓ। ਕਿੱਥੋਂ ਦਈਏ? ਬੇਰਕਾ ਆਪ ਕੈਸ਼ ਤੇ ਕੰਮ ਕਰਦਾ, ਜ਼ਿਮੀਂਦਾਰ ਨੂੰ ਦਿੰਦਾ ਹੀ ਨਹੀਂ ਪੈਸੇ। 2-2 ਮਹੀਨੇ ਦੀ ਪੇਮੈਂਟ ਰੁਕੀ ਹੋਈ ਆ ਬੇਰਕਾ ਦੀ, ਆਪ ਕੈਸ਼ ਤੇ ਦੇਣ ਦਾ। ਦੱਸੋ ਜ਼ਿਮੀਂਦਾਰ ਦਾ ਕੀ ਕਸੂਰ ਆ? ਉਹ ਪਸ਼ੂ ਨੂੰ ਪੱਠੇ ਨਹੀਂ ਪਾਉਂਦਾ ਜਾਂ ਬਈਏ ਨੂੰ ਲੇਬਰ ਨਹੀਂ ਦਿੰਦਾ। ਥੈਂਕ ਯੂ। ਆਪ ਤਨਖਾਹਾਂ ਲੈਂਦੇ ਆ ਏਸੀ 'ਚ ਬਹਿ ਕੇ, ਦੁਕਾਨਾਂ ਨੂੰ ਤਾਰ ਦੀ ਤਾਕੀ ਬੰਦ ਕਰਦੇ ਆ, ਪਨੀਰ ਖੜਦੇ ਆ ਤੇ ਲਿਜਾ ਕੇ ਵੇਚ ਕੇ ਨਿਆਣੇ ਆਪਣੇ ਨੂੰ ਖਿਲਾਉਂਦੇ। ਸਾਡੇ ਭੁੱਖੇ ਮਰਦੇ ਆ, ਅਸੀਂ ਕਿੱਥੇ ਜਾਈਏ? ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ। ਜਿਹੜਾ ਦੁੱਧ ਆ ਕਿਸਾਨ ਦਾ ਉਹ 25 24 26 23 22 23 ਲੱਗਣ ਡਿਆ ਆ, 30 ਤਾਂ ਲੱਗਣ ਡਿਆ ਆ। ਤੇ ਉਹਨੂੰ ਉਹ ਜਿਹੜਾ ਲੱਗਾ ਹੋਇਆ ਕੀਮਤ ਉਹ ਵੀ ਨਹੀਂ ਮਿਲ ਰਹੀ। ਤੇ ਦੁੱਧ ਕਿੱਥੋਂ ਪੈਦਾ ਹੋਊਗਾ? ਆਪਣੇ ਦੁੱਧ ਘਟਦਾ ਜਾਂਦਾ। ਇਹ ਸਰਕਾਰਾਂ ਨੂੰ ਸੋਚਣਾ, ਗੱਲਾਂ ਤਾਂ ਕਰਦੀਆਂ ਟੀਵੀਆਂ ਤੇ, ਪਰ ਉਹਦਾ ਮੁੱਲ ਨਹੀਂ ਦਿੰਦੀਆਂ ਕਿਸੇ ਗਰਾਊਂਡ ਤੇ ਆ ਕੇ। ਇੱਕ ਦਿਨ ਦੇ ਰਿਜ਼ਲਟ ਤੋਂ ਤੁਹਾਨੂੰ ਲੱਗਦਾ ਗਵਰਨਮੈਂਟ ਝੁਕੇਗੀ? ਨਹੀਂ, 10 ਦਿਨ ਦਾ ਰਿਜ਼ਲਟ। ਮਿੰਟ ਵਧਾਵਾਂਗੇ ਜੀ, 10 ਦਿਨ ਦਾ ਹੈ, ਪਰ ਇੱਕ ਦਿਨ ਹੋਇਆ। ਇੱਕ ਦਿਨ ਸਟਾਰਟ ਹੋਇਆ ਤਾਂ ਸ਼ੁਰੂਆਤ ਹੋਈ ਆ। ਇਹਦਾ ਗਵਰਨਮੈਂਟ ਨੇ ਸੋਚਣਾ ਵੀ ਕੀ ਕਰਨਾ। 10 ਦਿਨਾਂ ਦੇ ਮੰਨਣਗੇ, ਲੰਮੇ ਹੜਤਮੇ ਤੋਂ ਚੱਲਾਂਗੇ। ਦਵਾਈਆਂ ਦੇ ਕੀਟਨਾਸ਼ਕ ਦਵਾਈਆਂ ਦੇ ਕਿੰਨੇ ਭਾਅ ਚੜ ਗਏ। ਡੀਏਪੀ ਕਿੱਥੇ ਚਲ ਗਈ ਹੈ, ਯੂਰੀਆ ਕਿੱਥੇ, ਲੇਬਰ ਕਿੰਨੀ ਮਹਿੰਗੀ ਹੋ ਗਈ। ਸਾਡੇ ਪੱਲੇ ਤਾਂ ਕੁਝ ਪੈ ਹੀ ਨਹੀਂ ਰਿਹਾ। ਆ ਭੁੱਖੇ ਮਰਦੇ ਕਰਕੇ ਅਸੀਂ ਸੜਕਾਂ ਤੇ ਉਤਰੇ ਆ ਜੀ, ਇਹ ਗੱਲ ਆ। ਬਾਕੀ ਤੁਸੀਂ ਦੇਖੋ ਦੁੱਧ ਦਾ ਰੇਟ ਬਹੁਤ ਘੱਟ ਆ ਤੇ ਪਾਣੀ ਦੀ ਬੋਤਲ, ਪਾਣੀ ਉੱਤੇ ਕੋਈ ਖਰਚਾ ਨਹੀਂਗਾ ਪਾਣੀ ਦੀ ਬੋਤਲ ਤੇ। ਦੁੱਧ ਪੈਦਾ ਕਰਨਾ ਕਿੰਨਾ ਔਖਾ ਆ, ਨੌਹਾਂ 'ਚੋਂ ਵੀ ਮੁਸ਼ਕ ਆਉਂਦਾ ਆ, ਬੁਰਾ ਹਾਲ ਆ। ਜ਼ਿਮੀਂਦਾਰ ਕਿੱਥੇ ਜਾਊਗਾ? ਭੁੱਖਾ ਮਰਨ ਡਿਆ ਆ। ਹੁਣ ਇਸ ਵੇਲੇ ਤਾਂ ਰੋਟੀ ਤੋਂ ਵੀ ਆਵਾਜ਼ ਆ ਰਿਹਾ ਸਾਹਿਬ ਜੀ। ਇਹੀ ਸਾਡੀ ਬੇਨਤੀ ਹੈ, ਇਹਦੇ ਕਰਕੇ ਅਸੀਂ ਆ ਕੰਮ ਕਰ ਰਹੇ ਹਾਂ। ਤੇ ਕਿਤੇ ਨਾ ਕਿਤੇ ਸਿਕਿਉਰਿਟੀ ਨੂੰ ਲੈ ਕੇ ਵੀ ਕੁਐਸਚਨ ਜਿਹੜੇ ਨੇ ਉਹ ਆੜਤੀਆਂ ਵੱਲੋਂ ਚੁੱਕੇ ਗਏ ਨੇ। ਆੜਤੀਆਂ ਦਾ ਕਹਿਣਾ ਇਹ ਹੈ ਕਿ ਮੰਡੀ ਬੋਰਡ ਵੱਲੋਂ ਜਿਹੜਾ ਵੀ ਵਿਵਸਥਾ ਕੀਤੀ ਗਈ ਹੈ ਸਾਡੇ ਵਾਸਤੇ, ਉਹਦੇ ਵਿੱਚ ਨਾ ਹੀ ਕੋਈ ਸਿਕਿਉਰਿਟੀ ਹੈ ਸਾਨੂੰ, ਤੇ ਨਾ ਹੀ ਕੋਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਹੋਰ ਸਹਿਯੋਗ ਦਿੱਤਾ ਗਿਆ ਹੈ, ਕਿਉਂਕਿ ਕਿਸਾਨ ਇੱਥੇ ਆਣ ਕੇ ਸਾਡੇ ਨਾਲ ਗੁੰਡਾਗਰਦੀ ਕਰ ਰਹੇ ਨੇ। जो है मंडी में नाम मार लेते हैं और हम भी करें जो मर्जी करें नाम मार लेते। अब ये हमारे पास जो माल गुजरात से, कर्नाटक से, यहाँ से माल अप्रूव मंडी जाए तो भरी पड़ी है। हम उससे जो इन्होंने कल रात शाम को हमारे पास आए कि हम कहीं में तोड़ फोड़ करेंगे, आप अपना माल जो है 7 बजे बंद कर दो। हमने इनको हाथ जोड़ के बेनती की कि हमारे को एक रात का टाइम दे दो, जो माल पड़े उनको हमारे को बाहर भेजने दो, और जो गाड़ियाँ आई रही रास्ते में उनको हमारे को संभालने तो दो। एक गाड़ी 5-5 लाख कहते नहीं जी, हम सिर्फ रात का टाइम देंगे। दे दो रात का टाइम, कोई बात नहीं। जो खत्म हो निकले वो सामान निकल गया। अब सुबह हम जो माल पड़ा था थोड़ा बहुत बेच रहे थे हमारे घर, और जो माल हम लोडिंग कर रहे थे, इनके 4-5 आदमी आए हैं। इन्होंने आगे एक किसी की हवा निकाल, किसी का अपना माल उठा के फेंक दिया। दुकान है उधर, कौन सी दुकान? ये दुकान है अपना 25 नंबर, उसके अंदर से सामान उठा के ले गए। मतलब गुंडा के फिर कहते हैं कि मंडी भी हमारी है। बंदे जेडे थाने लेके जा रहे रात को लोडिंग करेंगे, गाड़ी अंदर आने दी गेट वालों ने।
आप फोन बात करें। ये भी अर्थ है। मैं आपको मूवी दिखाऊं, कल इन्होंने यहाँ ना जब आए आप ये हाथ जोड़ के बोलो ना भाई हमारे साथ चलो। दूसरी बात है किसानों की मैडम हमने यहाँ से मेरे को 400 21 मंडी बंद हुई थी और हमने मंडी आगे ट्रालियाँ पुरानी मंडी जाके माल किसान मंडियों में माल बेचे। उनका एजेंडा भी वही था, उन्होंने ये बताया था कि हम नहीं रोकेंगे लोगों को, जी हाँ जी, कि बस हम माल नहीं बेचेंगे वहाँ अंदर से। हाँ जी, नहीं यहाँ की ये मैम उठा के फेंक रहे हैं, कल के मैं वीडियो दिखाऊंगा, इसका हम देख हाँ उठा के फेंक रहे हैं लोगों का। नहीं अभी ये फोन करके 100-150 कल इन्होंने कल 200-250 ट्रैक्टर अंदर डाल दिया हमारे को डराने के लिए। तो जलंधर सब्जी मंडी को छोड़ के हर मंडी खुली और लुधियाना मंडी खुली है, हमारे माल अमृतसर खुली है, हुशियारपुर मोगा सभी खुली है। हर जगह रिपोर्ट है जट लोग जा रहे हैं उत्थे। हाँ जी, जट लोग जा रहे हैं उत्थे। इनकी जो किसानों में वहाँ खरबूजा है, कबूतर है, सब्जी है, उनको रोके ना आए, वो उनको काटने भी दे रहे हैं, गाड़ियाँ भी लोड हो रही हैं, बाहर भी जाके जो चीज़ 10 रुपए वाली वो 50 रुपए किलो जाके बेच रहे हैं खुद ही। ठीक है, हम वो मैं उनसे कोई मतलब बस हमारे को प्रोटेक्शन चाहिए पूरी हमारी एसोसिएशन की। आपको खन्ना मंडी में हमने इनको बोला 4 थानों से फोर्स आ जी जी, हमने बोला बाहर जो मर्जी करो, मंडी के अंदर ना कुछ। हम मैडम आपकी इजाजत हो हम अपना काम कर सकते हैं। वो तो आप डीसी साहब से एक बार बात करें, क्योंकि ये आप दोनों के बीच में ना किसानों से और आपकी कोऑपरेशन से चल रही है, तो हम देखिए थोड़ा शांति से निकल जाए। अगर जो अपना स्टॉक है वो आप अगर डीसी साहब से एक बार बात कर लीजिए, बात करके वो जो बोलते हैं उसका आप कर लीजिए, एडमिनिस्ट्रेशन का, सिक्योरिटी का जो है मैं ठीक है मैम, थैंक यू, हम करने डी साहब बात थैंक यू बहुत। ਪਰਚੀਆਂ ਤੁਸੀਂ ਕੱਟੀਆਂ ਸੀਗੀਆਂ ਟਰੱਕ ਦੀਆਂ ਰਾਤ? ਨਹੀਂ, ਬਿਨਾਂ ਪਰਚੀ ਕੱਟੀ ਤੋਂ ਚੱਲ ਗਏ ਸੀ? ਹਾਂਜੀ ਹਾਂਜੀ, ਸਾਡੇ ਕੋਲ ਤੇ ਪ੍ਰਿੰਟ ਹੈਗਾ ਉਹਦਾ ਪਰਚੀ ਦਾ। ਪਤਾ ਨਹੀਂ, ਮੈਂ ਤਾਂ ਰਾਤੀ ਡਿਊਟੀ ਤੇ ਵੀ ਨਹੀਂ ਸੀ। ਕੌਣ ਸੀ ਡਿਊਟੀ ਤੇ? पता नहीं है मैंने। भाई पर्चियां कौन कटता है? राती के हमें नाम नहीं वाकिफ है कौन। ट्रक जेडे गए सी के अंदर वो बिना पर्चियां कटे गए थे? अब ये हमें मालूम नहीं, रात में तो हम रहते नहीं यहाँ, दिन में रहता हूँ। हुण कौन है पर्ची? ਹੁਣ ਕੋਈ ਵੀ ਨਹੀਂ ਬੰਦਾ। अब तो रात के काम ही बंद है। ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਪਈ ਹੈ। ਸ਼ਿਮਲਾ ਮਿਰਚ ਲਿੱਤੀ ਹੈ ਤੇ ਲਸਣ ਲਿੱਤਾ ਬਸ, ਬਾਕੀ ਹੋਰ ਹਰ ਇੱਕ ਚੀਜ਼ ਦੀ ਪਰੇਸ਼ਾਨੀ ਸਾਨੂੰ ਹੋਣ ਡਈ ਹੈ। ਇੱਥੇ ਕਸਟਮਰ ਦਾ ਤਾਂ ਕੋਈ ਕਸੂਰ ਨਹੀਂ ਹੈਗਾ, ਘਰ ਦੇ ਸਾਰੇ ਬੱਚੇ ਤੰਗ ਹੁੰਦੇ ਆ, ਘਰ ਦੇ ਪਰੇਸ਼ਾਨ ਹੋ ਰਹੇ ਆ, ਇਸ ਕਰਕੇ ਦਿੱਕਤ ਹੋ ਰਹੀ ਭਾਜੀ। ਹੋਰ ਕੋਈ ਨਹੀਂ, ਹੁਣ ਲੇਟ ਆ ਮੈਂ, ਬਾਕੀ ਹੋਰ ਕਿਸੇ ਕੋ ਪੁੱਛ ਲਓ ਤੁਸੀਂ। ਕਿੰਨੀ ਕੀ ਸਟਰਗਲ ਕਰਨੀ ਪਈ ਤੁਹਾਨੂੰ ਸਬਜ਼ੀ ਲੈਣ ਵਾਸਤੇ? ਕਈਆਂ ਦੁਕਾਨਾਂ ਤੇ ਜਾਣਾ ਪਿਆ ਹੋਣਾ। 3-4 ਦੁਕਾਨਾਂ ਤੋਂ ਘੁੰਮ ਕੇ ਹਾਰ ਕੇ ਹੁਣ ਜਾ ਕੇ ਸ਼ਿਮਲਾ ਮਿਲੀ ਹੈ ਮੈਨੂੰ। ਕੀ ਭਾਅ ਦਿੱਤੀ शिमला मिर्च में मैंने 30 रुपये कहते ही कि 25 लाई है। तो है कि हम भी एक अपने यूपी का मैं भी जिम्मेदार हूँ, क्योंकि उनकी चीज़ इतनी मद्दी है कि उनका किराया खर्चा पूरा नहीं होता है, क्योंकि आजकल महंगाई है, लेबर जाओ 300-400 रुपया लेते हैं, तो तेल इतना महंगा हो गया तो कहाँ से उनका खर्चा पूरा होगा। ਤੁਸੀਂ ਸਬਜ਼ੀਆਂ ਦਾ ਪਹਿਲਾਂ ਹੀ ਸਟਾਕ ਇਕੱਠਾ ਕਰ ਲਿਆ? नहीं बाजी, मेरा ना कल मैंने लिया था, वही पड़ा था तो मैं क्या चलो निकाल लेती हूँ, लेकिन लगता है कि उनका भी नुकसान हो रहा तो हमारा भी होने दो बस। ਕਿਸਾਨ ਯੂਨੀਅਨ ਵੱਲੋਂ ਇਹ ਖਿਲਾਰ ਦਿੱਤੀ ਜਾਂਦੀ ਜਾਂ ਫਿਰ ਇਹਨੂੰ ਚੁੱਕ ਕੇ ਲੈ ਜਾਂਦੇ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਨੁਕਸਾਨ ਹੋ ਜੂ ਤੁਹਾਡਾ? नहीं, नुकसान तो भाई हमने तो बंद करने जा रहे हूँ, हमारा है क्या, थोड़ा से पड़ा था कल परसों का, लेकिन उनका इतना नुकसान हो रहा है, उनके पीछे हम भी हैं, उनके साथी हैं। ਤੇ ਭਾਅ ਜਿਹੜੇ ਸਬਜ਼ੀ ਦੇ ਉਹ ਵੱਧ ਗਏ ਜਾਂ ਫਿਰ ਉਨੇ ਹੀ? नहीं बाजी, वैसे सब्जी का भाव बढ़ना चाहिए, हाँ बढ़ना चाहिए। ਹੁਣ ਤੁਸੀਂ ਇਹ ਜਿਹੜੇ ਹੜਤਾਲ ਦੇ ਵਿੱਚ ਉਸੇ ਭਾਅ ਦੀ ਸਬਜ਼ੀ ਵੇਚਦੇ ਜੋ ਜਾਂ ਫਿਰ उसी भाव? हाँ, मैं कल 11 रुपये भिंडी ली थी तो वही 15 रुपया 14 रुपया दे रहे हैं। ਅੰਦਰ ਮੰਡੀ ਦੇ ਨਾਲ ਬਾਹਰ ਦੀਆਂ ਦੁਕਾਨਾਂ ਦਾ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ। ਦੁਕਾਨਾਂ ਦੇਖੋ ਸਾਰੀਆਂ ਹੀ ਬੰਦ ਨੇ, ਸਬਜ਼ੀ ਦੀਆਂ ਦੁਕਾਨਾਂ ਇਸ ਵੇਲੇ ਪੂਰੀਆਂ ਭਰੀਆਂ ਹੁੰਦੀਆਂ ਨੇ ਤੇ ਗ੍ਰਾਹਕ ਆ ਕੇ ਇਸ ਟਾਈਮ ਸਬਜ਼ੀ ਖਰੀਦ ਰਹੇ ਹੁੰਦੇ ਆ। ਪਰ ਹੁਣ ਇਸ ਟਾਈਮ ਸਾਰੀਆਂ ਹੀ ਜਿਹੜੀਆਂ ਸਬਜ਼ੀ ਦੀਆਂ, ਵੈਜੀਟੇਬਲ ਦੀਆਂ ਜਿਹੜੀਆਂ ਵੀ ਸ਼ਾਪਸ ਸੀ ਸਾਰੀਆਂ ਬੰਦ ਨੇ। ਆਮ ਜਨਜੀਵਨ ਜਿਹੜਾ ਹੈ ਉਹ 'ਤੇ ਬਹੁਤ ਹੀ ਵੱਡਾ ਪ੍ਰਭਾਵ ਪੈ ਰਿਹਾ ਹੈ। ਹੁਣ ਕਿਸਾਨ ਯੂਨੀਅਨ ਵੱਲੋਂ ਜਿਹੜੀ 1 ਤੋਂ 10 ਤਰੀਕ ਤੱਕ ਦੀ ਜਿਹੜੀ ਹੜਤਾਲ ਸੀਗੀ, ਦੇਖਣ ਵਾਲੀ ਗੱਲ ਹੋਵੇਗੀ ਕਿ ਕਿੰਨੀ ਕਾਮਯਾਬ ਹੁੰਦੀ ਹੈ। ਹੁਣ ਮੈਂ ਗੁਰਵਿੰਦਰ ਸੰਧੂ, ਕੈਮਰਾਮੈਨ ਗੁਰਪ੍ਰੀਤ ਦੇ ਨਾਲ ਲੈਣਾ ਹੈ ਇਜਾਜ਼ਤ। ਦੇਖਦੇ ਰਹੋ ਚੱਕ ਦੇ ਟੀਵੀ। ਸਤਿ ਸ਼੍ਰੀ ਅਕਾਲ।